ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੀ ਕਥਾ ਨੂੰ ਆਪ ਲਿਖਿਆ। ਗਰੀਬ ਨਵਾਜ ਆਪਣੇ ਪਿਤਾ ਜੀ ਦੀ ਸ਼ਹਾਦਤ ਕਹਿੰਦੇ ਆ। ਕੇਵਲ ਇਹਨਾਂ 2-4 ਪੰਕਤੀਆਂ ਦੇ ਮੈਂ ਅਰਥ ਕਰਕੇ ਸਮਾਪਤੀ ਕਰ ਦੇਣੀ ਹੈ। ਮਹਾਂਪੁਰਸ਼ਾਂ ਦੀ ਬਰਸੀ ਤੇ ਆਪ ਨੇ ਹਾਜ਼ਰੀਆਂ ਭਰੀਆਂ। ਇੰਨਾ ਗਿਆਨ ਦਾ ਪ੍ਰਸ਼ਾਦ ਜਿਹੜਾ ਵੰਡਿਆ ਗਿਆ ਆਪ ਜੀ, ਕਿਉਂਕਿ ਕਈ ਗੱਲਾਂ ਤਾਂ ਚੇਤੇ ਨਹੀਂ ਰਹਿੰਦੀਆਂ, ਪਰ ਕੁਝ ਇੱਕ ਕਿਣਕਾ ਜਿਹੜਾ ਉਹ ਆਪਣੇ ਪੱਲੇ ਜ਼ਰੂਰ ਬੰਨ੍ਹ ਕਰਕੇ ਖੜਨਾ। ਮੁੱਖ ਮਕਸਦ ਹੈ ਕਿ ਪਤਤ ਪੁਣੇ ਦੀ ਲਹਿਰ ਨੂੰ ਖਤਮ ਕੀਤਾ ਜਾਵੇ। ਜਿੰਨੇ ਵੀ ਤੁਸੀਂ ਇੱਥੇ ਸੁਣਨ ਵਾਲੇ ਹੋ, ਤੁਸੀਂ 10-10 ਨੂੰ 20-20 ਨੂੰ ਅੱਗੇ ਤਿਆਰ ਕਰ ਸਕਦੇ ਹੋ। ਪਰ ਜੇ ਕੋਈ ਸ਼ਾਮ ਨੂੰ ਕੰਮ ਤੋਂ ਆ ਕੇ ਕਹੋ ਮੇਰਾ ਤਾਂ ਹੁਣ ਰਿਲੈਕਸ ਹੋਣ ਦਾ ਸਮਾਂ, ਨਹਾ ਕੇ ਟੀਵੀ ਦੇ ਸਾਹਮਣੇ ਬਹਿ ਕੇ ਚੈਨਲਾਂ ਨੂੰ ਬਦਲਦੇ ਜਾਓਗੇ, ਦਿਮਾਗ ਥੱਕ ਜਾਏਗਾ, ਕੁਝ ਪ੍ਰਾਪਤ ਨਹੀਂ ਹੋਣਾ। ਜਦੋਂ ਕੰਮ ਤੋਂ ਵਿਹਲੇ ਹੁੰਨੇ ਹੋ, ਕਿਰਤ ਤੋਂ ਵਿਹਲੇ ਹੁੰਨੇ ਹੋ, ਉਦੋਂ ਧਰਮ ਦੀ ਕਿਰਤ ਕਰਨ ਲੱਗ ਜਾਇਆ ਕਰੋ ਕਿ ਕਿਸੇ ਨਾ ਕਿਸੇ ਨੂੰ ਪ੍ਰੇਰ ਕੇ ਸਿੱਖੀ ਵੱਲ ਲਿਆਉਣਾ, ਉਹਦੇ ਕੇਸ ਰਖਾਉਣ ਵਾਸਤੇ ਬੇਨਤੀ ਕਰਨੀ। ਆਪਣੀ ਸ਼ਖਸੀਅਤ ਨੂੰ ਇੰਨੇ ਪਿਆਰ ਵਾਲੇ ਬਣਾਓ ਕਿ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ। ਅਸੀਂ ਖੁਦ ਜਿਹੜੇ ਮੋਨੇ ਆ, ਕਲੀਨ ਸ਼ੇਪ ਸ਼ਬਦ ਮੈਨੂੰ ਸਿੰਘ ਕਹਿੰਦੇ ਨਾ ਵਰਤਿਆ ਕਰੋ, ਕਿਉਂਕਿ ਉਹ ਸਮਝਦੇ ਅਸੀਂ ਸਾਫ਼ ਹਾਂ ਤੇ ਤੁਸੀਂ ਗੰਦੇ ਹੋ। ਇਹ ਮੈਨੂੰ ਸਿੰਘਾਂ ਨੇ ਦੱਸਿਆ, ਕਲੀਨ ਸ਼ੇਪ ਸ਼ਬਦ ਇਸ ਤਰ੍ਹਾਂ ਬਣਿਆ, ਸਾਨੂੰ ਇਹ ਨਹੀਂ ਵਰਤਣਾ ਚਾਹੀਦਾ। ਪਰ ਜਦੋਂ ਕਿ ਅਸਲ ਦੇ ਅੰਦਰ ਉਹਨਾਂ ਨੂੰ ਗਿਆਨ ਨਹੀਂ ਹੈ ਮੇਰੇ ਵੀਰਾਂ ਨੂੰ। ਪਰ ਜਿੱਥੇ ਜਿੱਥੇ ਵੀ ਮੈਨੂੰ ਸੇਵਾ ਪ੍ਰਾਪਤ ਹੋਈ ਹੈ, ਬਹੁਤ ਜ਼ਿਆਦਾ ਮੋਨੇ ਵੀਰ ਹੀ ਮੇਰੇ ਨਾਲ ਪਿਆਰ ਕਰਦੇ ਆ, ਕਿਉਂਕਿ ਮੈਂ ਉਹਨਾਂ ਨੂੰ ਆਪਣੇ ਪਿਆਰ ਨਾਲ ਲਾਇਆ ਤੇ ਮੇਰੇ ਪੁਰਖਿਆਂ ਨੇ ਕਿਹਾ ਕਿ ਨਾਲ ਲਾਓ। ਮੇਰੇ ਵੱਡਿਆਂ ਨੇ ਉਪਦੇਸ਼ ਦਿੱਤਾ। ਜਿੰਨੇ ਵੀ ਸ਼ਹਿਰਾਂ ਵਿੱਚ ਦਾਸ ਨੇ ਜਾ ਕੇ ਸੇਵਾ ਕੀਤੀ ਹੈ, ਬਹੁਤ ਜ਼ਿਆਦਾ ਮੋਨੇ ਵੀਰ ਜਿਹੜੇ ਸੀ, ਜਦੋਂ ਉਹਨਾਂ ਦੀ ਸੰਥਿਆ 22 ਵਾਰਾਂ ਤੇ ਜਾਂ ਭਗਤ ਬਾਣੀ ਤੇ ਆਉਂਦੀ ਸੀ, ਮੈਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ, ਆਪਣੇ ਆਪ ਪਰਿਵਾਰਾਂ ਸਮੇਤ ਉਹਨਾਂ ਨੇ ਅੰਮ੍ਰਿਤ ਛਕੇ ਆ ਆਪਣੇ ਆਪ। ਕਿਉਂਕਿ ਗੁਰਬਾਣੀ ਆਪਣੇ ਆਪ ਵਿੱਚ ਇੱਕ ਸਾਧ ਸੰਗਤ ਜੀ ਜਾਗਦੀ ਜੋਤ ਹੈ, ਕਹਿਣ ਦੀ ਲੋੜ ਨਹੀਂ ਪੈਂਦੀ। ਅੰਮ੍ਰਿਤ ਛਕੇ ਦਾ ਵੀ ਉਦੋਂ ਪਤਾ ਲੱਗ ਜਾ ਜਦੋਂ ਆਪ ਤਰਸ ਨਾਲ ਮੰਗੇ ਕਿ ਮੈਨੂੰ ਅੰਮ੍ਰਿਤ ਦੀ ਦਾਤ ਮਹਾਰਾਜ ਦੇ ਦਿਓ। ਸੱਚੇ ਪਾਤਸ਼ਾਹ ਆਪਣੇ ਗੁਰਦੇਵ ਪਿਤਾ ਜੀ ਬਾਰੇ ਕਹਿੰਦੇ ਨੇ। ਆਓ ਮੈਂ ਫਿਰ ਸਮਾਪਤੀ ਕਰਾਂਗਾ। ਮਹਾਰਾਜ ਨਾਲ ਜੁੜਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਨ ਤੇ ਤੇਕ ਬਹਾਦਰ ਭਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸੱਚਖੰਡ ਗਏ, ਤਿੰਨ ਤੇ ਤੇਕ ਬਹਾਦਰ ਭਏ। ਤਿੰਨਾਂ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਸੋਏ। ਜਦੋਂ ਮਹਾਰਾਜ ਨੇ ਦਿੱਲੀ ਦੇ ਵਿੱਚ ਪਲੰਗੇ ਦੀਆਂ ਪਰਿਕਰਮਾ ਕਰਕੇ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਲ ਗੁਰ ਸੰਗਤ ਆਪ ਸੰਭਾਲੇ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਦੇ ਮਾਲਕ ਹੋਏ। ਤਿਲਕ ਯੰਜੂ ਰਾਖਾ ਪ੍ਰਭ ਤਾਂ ਕਾ। ਜਦੋਂ ਵੱਡਿਆਂ ਸਤਿਗੁਰਾਂ ਜੀ ਤੱਕ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਤੇ ਗੁਰਦੇਵ ਪਿਤਾ ਦੀ ਸ਼ਹਾਦਤ ਦਾ ਕੇਵਲ ਤੇ ਕੇਵਲ ਸਾਧ ਸੰਗਤ ਜੀ ਇਸ ਪਾਵਨ ਗ੍ਰੰਥ ਦੇ ਅੰਦਰ ਜ਼ਿਕਰ ਹੈ। ਹੋਰ ਜਿੰਨੇ ਵੀ ਗ੍ਰੰਥ ਅੱਜ ਕੱਲ੍ਹ, ਕਿਉਂਕਿ ਕੌਮ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੈ, ਉਹਨਾਂ ਵਿੱਚ ਗੁਰਦੇਵ ਦੀ ਸ਼ਹਾਦਤ ਨੂੰ ਬਹੁਤ ਟੇਢੇ ਢੰਗ ਨਾਲ ਬਿਆਨ ਕੀਤਾ ਗਿਆ। ਔਰੰਗਜ਼ੇਬ ਦਾ, ਸ਼ਾਹਜਹਾਂ ਦਾ, ਜਹਾਂਗੀਰ ਦਾ ਹਿਸਟਰੀ ਵਿੱਚ ਜ਼ਿਕਰ ਕੀਤਾ ਜਾਂਦਾ ਹੈ, ਪਰ ਉਸ ਹਿਸਟਰੀ ਦੇ ਵਿੱਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਨਹੀਂ ਹਿੰਦੁਸਤਾਨ ਦੀਆਂ ਕਿਤਾਬਾਂ ਦੇ ਅੰਦਰ। ਜੇ ਹੈ ਤੇ ਕੇਵਲ ਇੰਨਾ ਲਿਖਿਆ ਹੋਇਆ ਉਸ ਹਿਸਟਰੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਲੜਾਕੂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਜਿਸ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਦਾ ਲਹੂ ਪਾ ਕੇ ਇਸ ਦੀਆਂ ਜੜ੍ਹਾਂ ਪੁੱਟੀਆਂ, ਉਸ ਸਾਮਰਾਜ ਦੇ ਅੰਦਰ ਸਤਿਗੁਰੂ ਜੀ ਦੇ ਕਿਸੇ ਵੀ ਪਰਿਵਾਰ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਤੇ ਕਿਉਂ ਵਿਰੋਧ ਹੁੰਦਾ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਦਾ? ਕਿਉਂਕਿ ਦਸਮ ਗ੍ਰੰਥ ਦੀ ਬਾਣੀ ਦੱਸ ਰਹੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਘਰੋਗੀ ਲੜਾਈ ਸੀ ਔਰੰਗਜ਼ੇਬ ਨਾਲ। ਇਹ ਸ਼ਬਦ ਕਹਿ ਰਹੇ ਹੈ, ਤਿਲਕ ਅਤੇ ਜੰਜੂ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਤਿਲਕ ਤੇ ਜੰਜੂ ਦੀ ਰੱਖਿਆ ਕੀਤੀ ਹੈ। ਕੀਨੋ ਵੱਡੋ ਕਲੂ ਮੇ ਸਾਕਾ। ਕਲਯੁਗ ਦੇ ਅੰਦਰ ਗੁਰਦੇਵ ਨੇ ਵੱਡਾ ਸਾਕਾ, ਜਿਹੜਾ ਸ਼ਹੀਦੀ ਸਾਕਾ ਵਰਤਾਇਆ। ਜੇ ਸਤਿਗੁਰੂ ਆਪਣੇ ਸਵਾਸਾਂ ਦੀ ਡੋਰੀ ਨਾ ਉੱਥੇ ਤੋੜਦੇ ਤੇ ਸਾਰੇ ਸੰਸਾਰ ਤੇ ਅੱਜ ਹਿੰਦੁਸਤਾਨ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ, ਹਿੰਦੂਆਂ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ।
ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਵਾਸਾਂ ਦੀ ਡੋਰੀ ਹੈ ਜੋ ਹਿੰਦੂ ਵੀਰ ਆਪਣੇ ਗਾਤਰੇ ਜੰਝੂ ਪਹਿਨਦੇ ਹਨ, ਆਪਣੇ ਮੱਥੇ ਤੇ ਕੇਸਰ ਦਾ ਤਿਲਕ ਲਾਉਂਦੇ ਆ। ਇਹ ਸਾਧ ਸੰਗਤ ਜੀ ਗੁਰਦੇਵ ਦਾ ਡੁੱਲਿਆ ਹੋਇਆ ਖੂਨ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਜ਼ੁਰਗ ਖੂਨ ਡੋਲ ਕਰਕੇ ਇਸ ਧਰਮ ਦੀ ਰੱਖਿਆ ਕੀਤੀ। ਮੈਂ ਲੰਡਨ ਦੇ ਵਿੱਚ ਮਿਊਜ਼ੀਅਮ ਦੇ ਮੈਨੂੰ ਵਿਖਾ ਰਹੇ ਸੀ ਸਿੰਘ, ਉੱਥੇ ਕੁਝ ਵੀਰ ਮਿਲੇ, ਉਹ ਮਹਾਰਾਜੇ ਦੇ ਤਖਤ ਬਾਰੇ ਪੁੱਛ ਰਹੇ ਸੀ ਕਿ ਕਿੱਧਰ ਹੈ ਮਹਾਰਾਜੇ ਦਾ ਤਖਤ, ਤੇ ਅਸੀਂ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਤੇ ਮੈਨੂੰ ਹਿੰਦੀ ਵਿੱਚ ਕਹਿੰਦੇ ਹਮ ਜਾਣਤੇ हैं आप कौन है, आप गुरु तेग बहादुर साहब की उम्मत है। अगर गुरु तेग बहादुर साहब अपनी शहादत ना देते आज हिंदुस्तान अफगानिस्तान जैसा होता। एहसास है सच्चे पातशाह जी महाराज ने अपनी शहादत तिलक ते जंजू दी खातर दिती है। ਸਾਧਨ ਹੇਤ ਇਤੀ ਜਿਨ ਕਰੀ। सच्चे पातशाह जी महाराज ने साधु महात्मा दी ਰੱਖਿਆ ਕਰਨ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਹੱਦ ਮੁਕਾ ਦਿੱਤੀ। ਸੀਸ ਦਿਆ ਪਰ ਸੀ ਨਾ ਉਚਰੀ। ਮਹਾਰਾਜ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਪਰ ਮੁਖ ਤੋਂ ਸੀ ਨਹੀਂ ਉਚਾਰੀ। ਗੁਰਦੇਵ ਨੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸੁਣਾਇਆ ਕਰਦੇ ਸੀ। ਮੈਂ ਛੋਟੇ ਹੁੰਦਿਆਂ ਟੇਪ ਰਿਕਾਰਡਾਂ ਦੇ ਵਿੱਚ ਉਹ ਸ਼ਹਾਦਤ ਦਾ ਸਾਰਾ ਸਾਕਾ ਸੁਣਿਆ ਤੇ ਇੱਕ ਪਾਸੇ ਟੇਪ ਲਾ ਦਿਓ, ਇੱਕ ਪਾਸੇ ਮੈਂ ਸ਼ੁਰੂ ਹੋ ਜਾ, ਇੱਕ ਵੀ ਅੱਖਰ ਦਾ ਫਰਕ ਨਹੀਂ ਪੈਂਦਾ। ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਵੀ ਇਸ ਤਰ੍ਹਾਂ ਮਹਾਰਾਜ ਦੀ ਸ਼ਹਾਦਤ ਸੁਣਾਉਂਦੇ ਜਿਵੇਂ ਮਹਾਂਪੁਰਸ਼ਾਂ ਤੋਂ ਸੁਣੀ। ਬਹੁਤ ਜਲਾਲ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਉਹਨਾਂ ਨੇ ਸਿੱਖ ਕੌਮ ਦੇ ਅੰਦਰ ਬਿਆਨ ਕੀਤੀ ਹੈ, ਦੱਸੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ। ਧਰਮ ਹੇਤ ਸਾਕਾ ਜਿਨ ਕੀਆ। ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਨੇ ਸ਼ਹੀਦੀ ਸਾਕਾ ਵਰਤਾਇਆ। ਸੀਸ ਦਿਆ ਪਰ ਸਿਰ ਨਾ ਦਿਆ। ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ ਪਰ ਸੱਚੇ ਪਾਤਸ਼ਾਹ ਨੇ ਧਰਮ ਨਹੀਂ ਛੱਡਿਆ। ਕਈ ਵੀਰ ਨਾ ਇਸ ਤਰ੍ਹਾਂ ਲਿਖਣ ਲੱਗ ਗਏ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ तो दे दी पर आपने हिंदू धर्म नहीं छोड़ा। ਵੇਖੋ ਗੱਲ ਕਿੱਧਰ ਨੂੰ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਅਕੀਦਾ ਨਹੀਂ ਹੈ ਕਿ ਮੂਰਤੀ ਦੀ ਪੂਜਾ ਕੀਤੀ ਜਾਵੇ ਜਾਂ ਜੰਜੂ ਪਹਿਨਿਆ ਜਾਵੇ ਜਾਂ ਮੱਥੇ ਤੇ ਤਿਲਕ ਲਾਉਣਾ, ਇਹ ਸਿੱਖ ਧਰਮ ਦਾ ਅਕੀਦਾ ਨਹੀਂ ਹੈ। ਔਰੰਗਜ਼ੇਬ ਨੇ ਵੀ ਕਿਹਾ ਸੀ ਕਿ ਸੱਚੇ ਪਾਤਸ਼ਾਹ ਮੈਂ ਆਪ ਨੂੰ ਮਾਰਨਾ ਨਹੀਂ ਚਾਹੁੰਦਾ, ਤੁਸੀਂ ਇਸ ਨੂੰ ਸਹੀ ਤਸਲੀਮ ਆਪ ਨਹੀਂ ਕਰਦੇ ਤੇ ਫਿਰ ਇਹਦੀ ਰੱਖਿਆ ਕਰਨ ਵਾਸਤੇ ਕਿਉਂ ਤੁਲੇ ਹੋਏ ਹੋ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਔਰੰਗਜ਼ੇਬ ਦੇਵ ਨੇਤ ਦੇ ਨਾਲ ਜੇ ਹਿੰਦੁਸਤਾਨ ਦੀ ਰਾਜਸੀ ਸੱਤਾ ਹਿੰਦੂਆਂ ਦੇ ਹੱਥ ਵਿੱਚ ਹੁੰਦੀ, ਹਿੰਦੂ ਮੁਸਲਮਾਨ ਧਰਮ ਨੂੰ ਜ਼ਬਰਦਸਤੀ ਨਸ਼ਟ ਕਰ ਰਹੇ ਹੁੰਦੇ ਤੇ ਅਸੀਂ ਮੁਸਲਮਾਨ ਦੀ ਧਰਮ ਦੀ ਰੱਖਿਆ ਵਾਸਤੇ ਅੱਗੇ ਆਉਣਾ ਸੀ। ਅਸੀਂ ਕਿਸੇ ਧਰਮ ਦੇ ਵਿਰੋਧ ਵਿੱਚ ਨਹੀਂ ਆ, ਅਸੀਂ ਜ਼ੁਲਮ ਦੇ ਵਿਰੋਧ ਵਿੱਚ ਆ। ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ ਜ਼ੁਲਮ ਨੂੰ ਠੱਲ ਪਾਈ। ਤੇ ਯਾਦ ਰੱਖਣੀ ਹੈ ਇਹ ਗੱਲ, ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਇੱਕ ਵੀ ਜੰਜੂ ਨਹੀਂ ਲਾਇਆ ਗਿਆ ਤੇ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਇੱਕ ਵੀ ਰਾਤ ਦਿੱਲੀ ਨਹੀਂ ਰਹਿ ਸਕਿਆ। ਸੱਚੇ ਪਾਤਸ਼ਾਹ ਨੇ ਜਦੋਂ ਸ਼ਹਾਦਤ ਦਿੱਤੀ ਆ ਨਾਟਕ ਚੇਟਕ ਕੀਏ ਕੋ ਕਾਜਾ। ਸੱਚੇ ਪਾਤਸ਼ਾਹ ਨੂੰ ਅਖੀਰ ਤੇ ਕਿਹਾ ਸੀ, ਇਹ ਦੋ ਪੰਕਤੀਆਂ ਰਹਿੰਦੀਆਂ ਸਮਾਪਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਔਰੰਗਜ਼ੇਬ ਨੇ, ਜੋ ਕਿਹਾ ਉਹ ਗੁਰਦੇਵ ਨੇ ਅੰਕਿਤ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਔਰੰਗਜ਼ੇਬ ਨੇ ਕਿਹਾ ਮੈਂ ਆਪ ਨੂੰ ਮਾਰਨਾ ਨਹੀਂ ਚਾਹੁੰਦਾ, ਗੁਰਦੇਵ ਮੈਂ ਤੁਹਾਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ, ਕੋਈ ਕਰਾਮਾਤ ਵਿਖਾ ਦਿਓ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹਾਲਾਤ ਵੇਖਣੇ ਚਾਹੀਦੇ ਆ। ਇਹਨਾਂ ਚੀਜ਼ਾਂ ਦਾ ਹਵਾਲਾ ਦੇ ਕਰਕੇ ਨਾ ਕਈ ਵਾਰੀ ਇਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਕੋਈ ਕਰਾਮਾਤ ਹੈ ਹੀ ਨਹੀਂ। ਕਰਾਮਾਤ ਤੇ ਗੁਰਦੇਵ ਦੇ ਕੂਕਰਾਂ ਵਿੱਚ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਕੱਲਾ ਸਿੱਖ ਹੀ ਕਹਿੰਦਾ ਮੈਂ ਤਾੜੀ ਮਾਰ ਕੇ ਲਾਹੌਰ ਤੇ ਦਿੱਲੀ ਨਸ਼ਟ ਕਰ ਦਿਆਂਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਕੀ ਸ਼ਬਦ ਕਹੇ ਆ? ਮਹਾਰਾਜ ਕਹਿੰਦੇ ਔਰੰਗਜ਼ੇਬ ਆਪਣੀ ਜਾਨ ਬਚਾਉਣ ਵਾਸਤੇ ਅਸੀਂ ਕਰਾਮਾਤ ਨਹੀਂ ਦਿਖਾਵਾਂਗੇ, ਕਿਉਂਕਿ ਕਰਾਮਾਤ ਜਿਹੜੀ ਆ ਨਾ ਨਾਟਕ ਚੇਟਕ ਹੈ। ਇਹ ਖੋਟਾ ਕਰਮ ਜਿਹੜਾ ਅਸੀਂ ਨਹੀਂ ਕਰਾਂਗੇ। ਪ੍ਰਭ ਲੋਗਨ ਕਹਿ ਆਵਤ ਲਾਜਾ। ਕਿਉਂਕਿ ਰੱਬ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਕਰਾਮਾਤ ਦਿਖਾਉਣ ਲੱਗਿਆਂ। ਕਿਉਂ ਆਉਂਦੀ ਹੈ? ਧਿਆਨ ਦਿਓ। ਜੇ ਕਿਸੇ ਕੋਲੋਂ ਤੁਸੀਂ ਚੀਜ਼ ਲਈ ਹੋਵੇ ਤੇ 5 ਦਿਨ ਬਾਅਦ ਉਹਨੂੰ ਕਹੋ ਆ ਤੈਨੂੰ ਦਿਖਾਵਾਂ ਇੱਕ ਬੜੀ ਅਨੋਖੀ ਚੀਜ਼ ਹੈ ਮੇਰੇ ਕੋਲ, ਉਹ ਅੱਗੋਂ ਹੱਸ ਕੇ ਕਹੇਗਾ ਮੂਰਖਾ ਮੇਰੇ ਕੋਲੋਂ ਲਈ ਮੈਨੂੰ ਵਿਖਾਈ ਜਾਣਾ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਕਰਾਮਾਤ ਨਹੀਂ ਦਿਖਾਉਂਦੇ, ਕਿਉਂਕਿ ਰੱਬ ਕੋਲੋਂ ਹੀ ਲਈ ਆ ਤੇ ਹਰੇਕ ਥਾਂ ਤੇ ਰੱਬ ਨੂੰ ਹੀ ਵੇਖਦੇ। ਇਸ ਕਰਕੇ ਕਹਿੰਦੇ ਪ੍ਰਮਾਤਮਾ ਤੇਰੇ ਕੋਲੋਂ ਲਈ ਹੋਈ ਸ਼ਕਤੀ ਤੈਨੂੰ ਕੀ ਦਿਖਾਈਏ। ਹਰੇਕ ਦੇ ਅੰਦਰ ਉਹਦੀ ਜੋਤ ਵੇਖਦੇ ਆ। ਇਸ ਕਰਕੇ ਉਹ ਆਪਣੀ ਵਡਿਆਈ ਖਾਤਰ, ਆਪਣੀ ਪ੍ਰਭਤਾ ਖਾਤਰ ਕਦਾਚਿਤ ਵੀ ਉਹ ਸ਼ਕਤੀ ਨਹੀਂ ਪ੍ਰਗਟ ਕਰਦੇ, ਭਾਵੇਂ ਬਲੀਦਾਨ ਦੇ ਦਿੰਦੇ ਹਨ। ਦੋਹਰਾ ਠੀਕਰ ਫੋਰ ਦਲੀਸ ਸਿਰ। ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਠੀਕਰਾ ਤੋੜ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਰੀਰ ਦਾ। ਪ੍ਰਭੁਰ ਕੀਆ ਪਿਆਨ। ਤੇ ਸੱਚਖੰਡ ਨੂੰ ਸੱਚੇ ਪਾਤਸ਼ਾਹ ਨੇ ਪਿਆਨਾ ਕੀਤਾ। ਤੇਗ ਬਹਾਦਰ ਸੀ ਕਿਰਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕਾਰਜ ਕਰੀ ਨਾ ਕਿਨਹੂ ਆਨ। ਕਿਸੇ ਨੇ ਵੀ ਇਸ ਸੰਸਾਰ ਤੇ ਆ ਕੇ ਨਹੀਂ ਕੀਤਾ, ਕਿਉਂਕਿ ਹਰ ਕੋਈ ਆਪਣੇ ਧਰਮ ਵਾਸਤੇ ਤਾਂ ਬਲੀਦਾਨ ਦਿੰਦਾ ਹੈ। ਗੁਰਦੇਵ ਨੇ ਤਿਲਕ ਤੇ ਜੰਝੂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਏ। ਤੇਗ ਬਹਾਦਰ ਕੇ ਚਲਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਚਖੰਡ ਜਾਣ ਨਾਲ ਸ਼ਹਾਦਤ ਹੋਣ ਕਰਕੇ ਭਇਓ ਜਗਤ ਕੋ ਸੋਕ। ਸਾਰੇ ਜਗਤ ਦੇ ਅੰਦਰ ਸੋਕ ਦੀ ਲਹਿਰ ਫੈਲ ਗਈ। ਇਤਿਹਾਸ ਦੱਸਦਾ ਜਦੋਂ ਗੁਰਦੇਵ ਦਾ ਸੀਸ ਲੱਥਿਆ ਸੀ ਉਦੋਂ ਬਹੁਤ ਲਾਲ ਰੰਗ ਦਾ ਆਕਾਸ਼ ਹੋ ਗਿਆ। ਇੰਨੀ ਜ਼ੋਰ ਦੀ ਹਨੇਰੀ ਚੱਲੀ ਕਿ ਹਰ ਇੱਕ ਦੀਆਂ ਅੱਖਾਂ ਪੂਰੀਆਂ ਗਈਆਂ। ਸਾਰੇ ਸੰਸਾਰ ਦੇ ਅੰਦਰ ਸ਼ੋਕ ਫੈਲ ਗਿਆ ਜਦੋਂ ਮਹਾਰਾਜ ਨੇ ਸ਼ਹਾਦਤ ਦਿੱਤੀ ਆ। ਹੈ ਸਭ ਜਗ ਭਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਾਹਾਕਾਰ ਮਚ ਗਈ ਹੈ ਸਾਰੇ ਹਿੰਦੁਸਤਾਨ ਦੇ ਅੰਦਰ, ਕਿਉਂਕਿ ਗੁਰਦੇਵ ਦੀ ਸ਼ਹਾਦਤ ਹੋਣੀ ਕੋਈ ਛੋਟੀ ਬਾਤ ਨਹੀਂ ਸੀ। ਸਾਰੇ ਹਿੰਦੁਸਤਾਨ ਦੇ ਅੰਦਰ ਹਾਹਾਕਾਰ ਮਚ ਗਈ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਹੋਏ। ਜੈ 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 ਸੁਰ ਲੋਕ। ਸੁਰ ਲੋਕ ਦੇਵਤਿਆਂ ਦੇ ਲੋਕ ਤੱਕ ਸਾਧ ਸੰਗਤ ਜੀ ਜੈ ਜੈਕਾਰ ਦੀ ਧੁਨ ਹੋਈ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ ਹੈ। ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦਾ ਅਸਥਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਤੋਂ ਅੱਗੇ ਆਪਣੀ ਕਥਾ ਜਿਹੜੀ ਹੈ ਉਹ ਵਿਖਿਆਨ ਕੀਤੀ ਹੈ। ਬਚਿੱਤਰ ਨਾਟਕ ਦੀ ਅਮਰ ਰਚਨਾ ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਦੇ ਅੰਦਰ ਬਹੁਤ ਭਾਰੀ ਬਖਸ਼ਿਸ਼ਾਂ ਕੀਤੀਆਂ। ਆਪਣੇ ਆਉਣ ਦਾ ਕਾਰਨ ਦੱਸਿਆ ਕਿ ਅਸੀਂ ਕਿਸ ਕਾਰਨ ਕਰਕੇ ਇਸ ਸੰਸਾਰ ਤੇ ਆਏ ਹਾਂ ਤੇ ਜਿਸ ਕਾਰਨ ਕਰਕੇ ਸਾਨੂੰ ਭੇਜਿਆ ਗਿਆ। ਵਾਹਿਗੁਰੂ ਦਾ ਹੁਕਮ ਅਸੀਂ ਕਿਸੇ ਕੋਲੋਂ ਲੁਕਾਵਾਂਗੇ ਨਹੀਂ, ਕਿਸੇ ਦਾ ਡਰ ਨਹੀਂ, ਭੈ ਨਹੀਂ ਮੰਨਾਂਗੇ, ਸਭ ਨੂੰ ਉਹ ਹੁਕਮ ਜਿਹੜਾ ਸੁਣਾਵਾਂਗੇ। ਇਹ ਸਤਿਗੁਰੂ ਜੀ ਨੇ ਇਸ ਗ੍ਰੰਥ ਦੇ ਅੰਦਰ ਬਖਸ਼ਿਸ਼ ਭਰੇ ਬਚਨ ਕਹੇ ਆ। ਫਤਿਹ।